वाहिगुरु जी का खालसा वाहिगुरु जी की फतेह। हम अज्ञान अल्प मत थोरी, तुम आपन बिरद रखावो। कोट पराध हमारे खंडो, अनक विधि समझावो। इंसान गलतियां दा पुतला है, अज्ञानी है, नहीं समझ चंगे माड़े दी। अपनी अज्ञानता करके कुकर्म कर बैठदा है, पर सतगुर पातशाह बख्शंद हन, बख्श लेंदे हन। साडे करोड़ां कीते पाप बख्श लेंदे हन। सो जिस तरह के आप जी जानते ही हो, साडे इस प्रोग्राम दे विच असी आप जी की मुलाकात कराउंदे हां ऐसे गुरसिख प्यारिਆਂ ਦੇ ਨਾਲ जो किसी समय अज्ञानवश होके सिੱਖੀ तो पतत होए, पर सतगुरां की बख्शिश होई, अपनी गलतियां मन के वापस आए मुड़ सिੱਖੀ ਵੱਲ। सो ऐसे ही गुरु प्यारे सरदार जगशेर सिंह जी जो अज साडे नाल स्टूडियो दे विच मौजूद हैं, जो दसणगे अपनी दास्तां अपनी जुबानी। सो आओ स्वागत करते हैं साडे स्टूडियो दे विच सरदार जगशेर सिंह जी का। आप जी का बहुत बहुत स्वागत है। वाहिगुरु जी का खालसा वाहिगुरु जी की फतेह। तो सरदार साहब, सब तो पहला साडे दर्शकों नूं अपने मुढ़ले जीवन बारे थोड़ा जिहा विस्तार दे नाल दसो। मैं जगशेर सिंह जी, मैं तुहानूं दसना चाहूँगा कि मेरे घर बहुत ही गुरसिੱਖੀ वाला माहौल है। मेरे माता जी, मेरे फादर साहब सब गुरसिੱਖੀ नाल बहुत जुड़े हुए हैं जी। मैं अपने पिछले 5 सालों ਵੱਲ ਤੁਹਾਨੂੰ ਦੱਸਦਾ जो मैं बहुत ही गलतियां कीतियां ਹਨ। ਆਪ ਸਿੱਖੀ ਤੋਂ ਪਤਤ ਹੋਇਆ ਹਾਂ ਤੇ ਕੁਝ ਆਪਣੇ ਘਰਦਿਆਂ ਤੋਂ ਬਹੁਤ ਹੀ ਆਪਣੇ ਰੋਸ ਗ੍ਰਹਿਣ ਕੀਤਾ ਹੈ ਉਹਨਾਂ ਤੋਂ। ਮੇਰੇ ਫਾਦਰ ਸਾਹਿਬ ਛੋਟੇ ਹੁੰਦਿਆਂ ਦੀ ਗੱਲ ਹੈ ਜੀ। ਇਹ ਜਦ ਵੀ ਉਹਨਾਂ ਨੇ ਕੰਮ ਤੋਂ ਆਉਣਾ ਮੈਨੂੰ ਦੱਸਣਾ, ਸਿੱਖੀ ਬਾਰੇ ਉਹਨਾਂ ਨੇ ਦੱਸਣਾ, ਸਭ ਉਹਨਾਂ ਨੇ ਸੰਤ ਜਰਨੈਲ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਬਾਰੇ ਦੱਸਣਾ, ਮਤਲਬ ਸ਼ਹੀਦ ਸਿੰਘਾਂ ਬਾਰੇ ਉਹਨਾਂ ਨੇ ਬਹੁਤ ਕੁਝ ਦੱਸਣਾ। ਉਦੋਂ ਅਸੀਂ ਬਹਿ ਕੇ ਉਹਨਾਂ ਨਾਲ ਅਸੀਂ ਆਪਦੇ ਸਕੂਲੋਂ ਆ ਕੇ ਅਸੀਂ ਆਪਦੇ ਫਾਦਰ ਸਾਹਿਬ ਦਾ ਇੰਤਜ਼ਾਰ ਕਰਨਾ ਵੀ ਉਹ ਆਉਣਗੇ, ਸਾਨੂੰ ਸਿੱਖੀ ਬਾਰੇ ਦੱਸਣਗੇ। ਅਤੇ ਜਿਉਂ-ਜਿਉਂ ਅਸੀਂ ਵੱਡੇ ਹੋਏ ਗਏ ਤਿਉਂ-ਤਿਉਂ ਸਮਾਂ ਬਦਲੀ ਗਿਆ ਜੀ। ਅਤੇ ਆਪਣੇ ਆਹ ਨਵੀਂ ਪੀੜ੍ਹੀ ਆ ਗਈ ਹੈ, ਜਿਵੇਂ ਸਿੰਗਰ ਆ ਗਏ ਨੇ। ਇਹਨਾਂ ਨੂੰ ਦੇਖ ਕੇ ਮਤਲਬ ਇਹਨਾਂ ਨੇ ਜਦੋਂ ਦਾੜੀ ਕੱਟੀ ਹੁੰਦੀ ਸੀ, ਇਹਨਾਂ ਨੂੰ ਦੇਖ ਕੇ ਮੈਂ ਵੀ ਮੇਰੇ ਮਨ 'ਚ ਵੀ ਖਿਆਲ ਆਇਆ ਵੀ ਇਹ ਨੇ ਸੋਹਣੇ ਲੱਗਦੇ ਨੇ, ਵੀ ਮੈਂ ਵੀ ਦਾੜੀ ਕੱਟਾਂਗਾ, ਮੈਂ ਵੀ ਸੋਹਣਾ ਲੱਗਾਂਗਾ। ਤੁਸੀਂ ਦੱਸਿਆ ਕਿ ਪਿਤਾ ਜੀ ਸਾਨੂੰ ਰੋਜ਼ ਸ਼ਾਮ ਨੂੰ ਛੋਟੇ ਹੁੰਦਿਆਂ ਨੂੰ ਗੁਰੂ ਇਤਿਹਾਸ ਸੁਣਾਇਆ ਕਰਦੇ ਸੀ, ਸ਼ਹੀਦਾਂ ਸਿੰਘਾਂ ਦੇ ਜੀਵਨ ਬਾਰੇ ਦੱਸਿਆ ਕਰਦੇ ਸੀ। ਤੇ ਤੁਸੀਂ ਬਚਪਨ ਤੋਂ ਗੁਰੂ ਇਤਿਹਾਸ ਸੁਣਦੇ ਆਏ, ਸ਼ਹੀਦ ਸਿੰਘਾਂ ਦੀਆਂ ਵਾਰਤਾਵਾਂ ਸੁਣਦੇ ਆਏ, ਕਿ ਉਹਨਾਂ ਦਾ ਕੋਈ ਬਿਲਕੁਲ ਅਸਰ ਨਹੀਂ ਮਨ 'ਤੇ ਹੋਇਆ ਤੁਹਾਡੇ ਕਿ ਤੁਸੀਂ ਇੱਕ ਪਤਤ ਹੋਏ ਸਿੰਗਰ ਨੂੰ ਦੇਖ ਕੇ ਆਪਣਾ ਮਨ ਬਦਲਾ ਰਿਹਾ ਸੀ? ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਵੇਂ ਜਿਵੇਂ ਮਾਹੌਲ ਬਦਲੀ ਗਿਆ ਸੀ ਤਿਉਂ-ਤਿਉਂ ਉਸ ਤਰ੍ਹਾਂ ਅਸੀਂ ਹੋਣ ਲੱਗ ਗਏ। ਜਿਵੇਂ ਸਾਡੇ ਸਕੂਲ ਦੇ ਵਿੱਚ ਅਸੀਂ ਮੁੰਡਿਆਂ ਨੂੰ ਦੇਖਣਾ, ਉਹਨਾਂ ਨੇ ਦਾੜੀ ਕੱਟੀਆਂ ਹੋਣੀਆਂ, ਅਤੇ ਮੇਰੇ ਵੱਡੇ ਬ੍ਰਦਰ ਜੀ ਨੇ ਵੀ ਦਾੜੀ ਕੱਟ ਲਈ ਸੀ ਉਦੋਂ। ਅਤੇ ਫਿਰ ਮੈਨੂੰ ਵੀ ਲੱਗਿਆ ਵੀ ਜੇ ਉਹਨਾਂ ਨੇ ਕੱਟੀ ਆ ਮੈਂ ਵੀ ਕੱਟਾਂ। ਅਤੇ ਮੈਂ ਪਹਿਲੀ ਵਾਰ ਦਾੜੀ 9ਵੀਂ ਕਲਾਸ 'ਚ ਹੁੰਦਾ ਸੀ, ਉਦੋਂ ਕਟਾਈ ਸੀ। ਅਤੇ ਉਦੋਂ ਮੈਂ ਜਦ ਘਰ ਗਿਆ, ਮੇਰੇ ਘਰ ਦੇ ਮੇਰੇ ਨਾਲ ਬਹੁਤ ਨਾਰਾਜ਼ ਹੋਏ। ਮੇਰੇ ਫਾਦਰ ਸਾਹਿਬ, ਮੇਰੇ ਮਾਤਾ ਜੀ ਬਹੁਤ ਮੇਰੇ ਨਾਲ ਨਾਰਾਜ਼ ਆਏ। ਤੁਸੀਂ ਦੱਸਿਆ ਕਿ ਤੁਹਾਡੇ ਬ੍ਰਦਰ ਨੇ ਵੀ, ਵੱਡੇ ਭਾਈ ਸਾਹਿਬ ਨੇ ਵੀ ਦਾੜੀ ਕਤਲ ਕਰਾਈ, ਤੇ ਆਮ ਗੱਲ ਹੈ ਕਿ ਉਹਨਾਂ ਨੇ ਤੁਹਾਡੇ ਤੋਂ ਪਹਿਲਾਂ ਦਾੜੀ ਕਤਲ ਕਰਾਈ ਹੋਣੀ, ਤੇ ਜਦੋਂ ਉਹਨਾਂ ਨੇ ਕਰਾਈ ਉਦੋਂ ਮਾਤਾ ਪਿਤਾ ਨੇ ਰੋਸ ਨਹੀਂ ਪ੍ਰਗਟ ਕੀਤਾ? ਉਦੋਂ ਉਹਨਾਂ ਨੇ ਵੀ ਬਹੁਤ ਰੋਸ ਪ੍ਰਗਟ ਕੀਤਾ। ਜਦੋਂ ਮੈਂ ਸਗੋਂ ਦਾੜੀ ਕਟਾ ਗਿਆ ਉਦੋਂ ਉਹਨਾਂ ਨੇ ਮੈਨੂੰ ਵੀ ਬਹੁਤ ਡਾਂਟਿਆ, ਅਤੇ ਮੇਰੇ ਵੱਡੇ ਬ੍ਰਦਰ ਨੂੰ ਵੀ, ਇਹ ਵੀ ਤੇਰੇ ਕਰਕੇ ਇਹਨੇ ਆਪ ਸਿੱਖੀ ਤੋਂ ਬੇਮੁਖ ਹੋ ਗਿਆ ਹੈ। ਅਤੇ ਅਸੀਂ ਮੈਂ ਬਹੁਤ ਵੱਡਾ ਗੁਨਾਹ ਕਰਦਿਆ ਸੀ ਉਦੋਂ ਦਾੜੀ ਕਤਲ ਕਰਾ ਕੇ। ਜਦੋਂ ਤੁਸੀਂ ਦਾੜੀ ਕਤਲ ਕਰਾਉਣ ਦਾ ਮਨ ਬਣਾਇਆ ਤਾਂ ਤੁਹਾਨੂੰ ਪਤਾ ਮੇਰੇ ਭਰਾ ਨੇ ਵੀ ਦਾੜੀ ਕਤਲ ਕਰਾਈ ਹੈ, ਅਤੇ ਘਰ ਦੇ ਵਿੱਚ ਵਿਰੋਧ ਹੋਇਆ, ਅਤੇ ਉਸ ਸਮੇਂ ਮਨ ਦੇ ਵਿੱਚ ਕਿਸੇ ਤਰ੍ਹਾਂ ਡਰ ਨਹੀਂ ਸੀ ਵੀ ਹੁਣ ਮੈਂ ਇਹ ਕਰਮ ਕਰਨ ਜਾ ਰਿਹਾ ਅਤੇ ਮੈਨੂੰ ਵੀ ਘਰ ਦੇ ਮਤਲਬ ਰੋਸ ਕਰਨਗੇ? ਉਸ ਟਾਈਮ ਜੀ ਮੈਨੂੰ ਕੋਈ ਸੋਚ ਨਹੀਂ ਸੀ ਇਹਦੀ ਵੀ ਮੈਨੂੰ ਘਰ ਦੇ ਇੱਦਾਂ ਬੋਲਣਗੇ, ਕਿਉਂਕਿ ਮੇਰੇ ਨਾਲ ਮੇਰੇ ਦੋਸਤ ਸੀਗੇ, ਜਿਵੇਂ ਉਹ ਸਭ ਉਹਨਾਂ ਦੀ ਦਾੜੀ ਕਤਲ ਸੀ, ਕਈਆਂ ਦੇ ਕੇਸ ਕਤਲ ਸੀਗੇ, ਅਤੇ ਉਹਨਾਂ ਦੇ ਕਰਕੇ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਦੇ ਰਾਹ 'ਚ ਚੱਲ ਗਿਆ, ਮਤਲਬ ਬੁਰੀ ਸੰਗਤ 'ਚ ਪੈ ਗਿਆ ਜੀ। ਅਤੇ ਫਿਰ ਮੁੜ ਕੇ ਮੈਂ ਦਾੜੀ ਕਤਲ ਕਰਾ ਲਈ। 9ਵੀਂ 10ਵੀਂ 11ਵੀਂ 12ਵੀਂ 6 ਸਾਲ ਮੈਂ ਸਿੱਖੀ ਤੋਂ ਬੇਮੁਖ ਹੋ ਕੇ ਰਿਹਾ। ਤੁਸੀਂ ਦੱਸਿਆ ਕਿ 6 ਸਾਲ ਤੁਸੀਂ ਸਿੱਖੀ ਤੋਂ ਬੇਮੁਖ ਰਹੇ, ਅਤੇ ਇਹਨਾਂ 6 ਸਾਲਾਂ ਦੇ ਅੰਦਰ ਤੁਹਾਡੇ ਮਨ ਦੇ ਵਿੱਚ ਕਦੀ ਵਿਚਾਰ ਨਹੀਂ ਸੀ ਪੈਦਾ ਹੁੰਦਾ ਕਿ ਮੈਂ ਸਿੱਖੀ ਤੋਂ ਬੇਮੁਖ ਹਾਂ ਜਾਂ ਮੈਂ ਗਲਤ ਰਸਤੇ 'ਤੇ ਚੱਲ ਰਿਹਾ ਗਾ? ਉਸ ਟਾਈਮ ਸਾਨੂੰ ਇੰਨੀ ਸੋਚ ਹੁੰਦੀ ਨਹੀਂ ਸੀ। ਉਸ ਟਾਈਮ ਸਿਰਫ ਸਾਨੂੰ ਜਵਾਨੀ ਦਾ, ਜਿਵੇਂ ਤੁਸੀਂ ਲਾ ਲਓ, ਜਿਵੇਂ ਬੰਦਾ ਨਸ਼ਾ ਹੋ ਜਾਂਦਾ,
ਉਸ ਟਾਈਮ ਅਸੀਂ ਇਹ ਸੋਚਦੇ ਨਹੀਂ ਸੀ ਵੀ ਅਸੀਂ ਕਿਹੜੇ ਰਾਹ ਜਾ ਰਹੇ ਹਾਂ, ਕਿੱਥੇ ਜਾ ਰਹੇ ਹਾਂ, ਆਪਣੇ ਗੁਰੂ ਤੋਂ ਬੇਮੁਖ ਹੋ ਗਏ ਹਾਂ। ਤੇ ਉਸ ਟਾਈਮ ਅਸੀਂ ਕੀ ਕਰਨਾ, ਗੁਰਦੁਆਰਾ ਸਾਹਿਬ ਜਾਣਾ ਵੀ ਬਹੁਤ ਘੱਟ ਕਰਤਾ ਮੈਂ। ਮੇਰੇ ਮਾਤਾ ਪਿਤਾ ਸਭ ਰੋਜ਼ ਗੁਰਦੁਆਰੇ ਜਾਂਦੇ ਸੀ ਤੇ ਉਹਨਾਂ ਨੇ ਬਾਣੀ ਪੜ੍ਹਨੀ, ਮੈਂ ਬਾਣੀ ਪੜ੍ਹਨੀ ਛੱਡਤੀ ਤੇ ਮੈਂ ਬਹੁਤ ਮਤਲਬ ਗਲਤ ਕੰਮਾਂ 'ਚ ਪੈ ਗਿਆ। ਤੁਸੀਂ ਜਵਾਨੀ ਦੇ ਨਸ਼ੇ ਦੀ ਗੱਲ ਕੀਤੀ, ਉਸ ਸਮੇਂ ਕਿਤੇ ਦੁਨਿਆਵੀ ਕਿਸੇ ਹੋਰ ਨਸ਼ੇ ਵੱਲ ਵੀ ਧਿਆਨ ਗਿਆ ਤੁਹਾਡਾ? ਹਾਂਜੀ, ਮੈਂ ਕੀਤਾ ਜੀ, ਮੈਂ ਮੰਨਦਾ, ਮੈਂ ਗਲਤੀ ਆਪਣੀ ਮੰਨਦਾ। ਉਸ ਟਾਈਮ ਮੈਂ ਸ਼ਰਾਬ ਪੀਣੀ ਸ਼ੁਰੂ ਕਰਤੀ ਸੀ ਜੀ, ਘਰਦਿਆਂ ਤੋਂ ਲੁੱਕ ਕੇ, ਵੀ ਘਰਦਿਆਂ ਨੂੰ ਪਤਾ ਨਹੀਂ ਚੱਲਦਾ ਸੀ। ਮੈਂ ਆਪਣੇ ਦੋਸਤਾਂ ਨਾਲ ਸ਼ਰਾਬ ਪੀਂਦਾ ਰਿਹਾ। ਘਰਦਿਆਂ ਨੂੰ ਇਹਦੇ ਬਾਰੇ ਪਤਾ ਕਦੋਂ ਲੱਗਿਆ ਫਿਰ? ਘਰਦਿਆਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਚੱਲਣ ਦਿੱਤਾ ਜੀ। ਬਸ ਇੱਕ ਵਾਰ ਉਹਨਾਂ ਨੂੰ ਪਤਾ ਚੱਲਿਆ ਸੀ, ਮੇਰੇ ਮਾਤਾ ਜੀ ਨੂੰ, ਉਹਨਾਂ ਨੇ ਫਿਰ ਫਾਦਰ ਸਾਹਿਬ ਤੋਂ ਲੁਕੋ ਲਿਆ ਸੀਗਾ ਉਹਨਾਂ ਨੇ। ਤੇ ਜਿਸ ਕਰਕੇ ਇਸ ਸਮੇਂ ਉਹਨਾਂ ਨੂੰ ਪਤਾ ਕਿ ਨਹੀਂ? ਇਸ ਸਮੇਂ ਉਹਨਾਂ ਨੂੰ ਨਹੀਂ ਪਤਾ, ਪਰ ਅੱਜ ਉਹਨਾਂ ਨੂੰ ਪਤਾ ਚੱਲ ਜੂਗਾ ਜੀ। ਪ੍ਰੋਗਰਾਮ ਤੁਸੀਂ ਟੀਵੀ ਦੇ ਉੱਤੇ ਦੇ ਰਹੇ ਹੋ ਭਾਈ ਸਾਹਿਬ? ਹਾਂਜੀ। ਤੇ ਤੁਹਾਨੂੰ ਇਹਦੇ ਵਿੱਚ ਕੋਈ ਡਰ ਤਾਂ ਨਹੀਂ ਲੱਗ ਰਿਹਾ ਵੀ ਨਾ, ਮੈਨੂੰ ਅੱਜ ਮੈਨੂੰ ਕੋਈ ਡਰ ਨਹੀਂ ਲੱਗ ਰਿਹਾ, ਕਿਉਂਕਿ ਮੈਂ ਅੱਜ ਮੁੜ ਸਿੱਖੀ ਵੱਲ ਹੋ ਗਿਆ। ਮੈਨੂੰ ਇਸ 'ਚ ਕੋਈ ਡਰ ਨਹੀਂ। ਪਿਛਲੀ ਮੇਰੀ ਗਲਤੀ ਹੈ, ਮੈਂ ਸਭ ਮੰਨਦਾ। ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਗੇ ਵੀ ਆਪਣੀ ਗਲਤੀ ਮੰਨਦਾ। ਗੁਰੂ ਪਿਆਰਿਓ, ਇੱਥੇ ਮੈਨੂੰ ਇੱਕ ਸਤਿਗੁਰਾਂ ਦਾ ਬਚਨ ਯਾਦ ਆ ਰਿਹਾ ਹੈ ਕਿ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬੋ ਭਾਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੈ। ਸੋ ਜਿਸ ਤਰ੍ਹਾਂ ਕਿ ਸਰਦਾਰ ਜਗਸ਼ੇਰ ਸਿੰਘ ਜੀ ਨੇ ਦੱਸਿਆ ਕਿ ਮਾੜੀ ਸੰਗਤ ਦੇ ਵਿੱਚ ਪੈ ਕੇ ਬਹੁਤ ਸਾਰੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ, ਸਿੱਖੀ ਤੋਂ ਪਤਿਤ ਹੋਏ, ਨਸ਼ਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਔਰ ਆਪਣੇ ਮਾਤਾ ਪਿਤਾ ਤੋਂ ਲੁਕੋ ਕੇ। ਔਰ ਅੱਜ ਇਸ ਸਾਡੇ ਚੈਨਲ ਦੇ ਜ਼ਰੀਏ, ਇਸ ਪ੍ਰੋਗਰਾਮ ਦੇ ਜ਼ਰੀਏ ਆਪਣੀਆਂ ਪਿਛਲੀਆਂ ਗਲਤੀਆਂ ਆ ਸਾਰੀ ਸੰਗਤ ਦੇ ਨਾਲ ਸਾਂਝੀਆਂ ਕਰ ਰਹੇ ਨੇ। ਇਹ ਬਹੁਤ ਵੱਡੀ ਹਿੰਮਤ ਦੀ ਗੱਲ ਹੈ ਗੁਰੂ ਪਿਆਰਿਓ। ਕਿਸੇ ਸ਼ਾਇਰ ਨੇ ਲਿਖਿਆ ਕਿ ਜੇ ਸਵੇਰ ਦਾ ਗਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਆਖਿਆ ਜਾਂਦਾ। ਸੋ ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ ਸਰਦਾਰ ਜਗਸ਼ੇਰ ਸਿੰਘ ਜੀ ਦੇ ਉੱਤੇ, ਭਾਵੇਂ ਕਿ ਪਿਛਲੇ ਸਮੇਂ ਮਾੜੀ ਸੰਗਤ ਪੈ ਗਏ, ਪਰ ਹੁਣ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜੀਵਨ ਬਤੀਤ ਕਰ ਰਹੇ ਹਨ। ਸੋ ਆਓ ਜਾਣਦੇ ਹਾਂ ਇਹਨਾਂ ਦੇ ਅਗਲੇ ਜੀਵਨ ਬਾਰੇ। ਹਾਂਜੀ ਸਰਦਾਰ ਸਾਹਿਬ, ਤੁਸੀਂ ਉਸ ਸਮੇਂ ਨਸ਼ਿਆਂ ਦੇ ਵਿੱਚ ਵੀ ਪੈਣਾ ਸ਼ੁਰੂ ਕਰ ਦਿੱਤਾ, ਫਿਰ ਕਿਵੇਂ ਸੋਝੀ ਆਈ ਕਿ ਮੈਂ ਗਲਤ ਰਸਤੇ ਚੱਲ ਰਿਹਾ, ਵੀ ਇੱਥੋਂ ਮੈਨੂੰ ਬਚਣਾ ਚਾਹੀਦਾ? ਕਿਸੇ ਨੇ ਸਮਝਾਇਆ ਜਾਂ ਤੁਹਾਡੇ ਆਪਣੇ ਹੀ ਮਨ ਨੇ ਪਲਟਾ ਖਾਧਾ? ਜਦੋਂ ਮੈਂ ਉਸ ਟਾਈਮ ਦਾੜੀ ਕਟਾਈ ਸੀ ਜਾਂ ਨਸ਼ਿਆਂ ਦਾ ਸੇਵਨ ਕਰਦਾ ਸੀ, ਤਾਂ ਮੇਰੇ ਮੋਬਾਈਲਾਂ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਣੇ ਦੀਆਂ ਫੋਟੋਆਂ, ਉਹਨਾਂ ਦੇ ਮਤਲਬ ਉਹਨਾਂ ਦੇ ਬਣੇ ਹੋਏ ਗਾਣੇ ਉਹ ਬਹੁਤ ਹੁੰਦੇ ਸੀ ਜੀ। ਤੇ ਉਹ ਮੈਂ ਲਾਉਣੇ, ਮੇਰੇ ਘਰਦਿਆਂ ਨੇ, ਮੇਰੇ ਫਾਦਰ ਸਾਹਿਬ ਨੇ ਮੇਰੇ ਤੇ ਹੱਸਣਾ ਵੀ ਤੂੰ ਤਾਂ ਦਾੜੀ ਕਟਾਈ ਹੈ ਤੇ ਤੂੰ ਸੰਤਾਂ ਵੱਲ ਕੀ ਜਾਣਾ ਹੈ। ਮੇਰੇ ਘਰਦਿਆਂ ਨੇ ਮੈਨੂੰ ਬਹੁਤ ਟੋਕਣਾ। ਸਾਡੇ ਗੁਰਦੁਆਰੇ ਵਾਲੇ ਬਾਬਾ ਜੀ ਵੀ ਮੈਨੂੰ ਰੋਜ਼ ਕਹਿੰਦੇ ਸੀਗੇ ਵੀ ਤੂੰ ਸੰਤਾਂ ਦੀ ਰੀਸ ਕਿੱਥੇ ਕਰੇਂਗਾ। ਮੈਂ ਵੀ ਉਹਨਾਂ ਨੂੰ ਕਹਿੰਦਾ ਸੀ ਮੈਂ ਸੰਤਾਂ ਦੀ ਰੀਸ ਕੀ ਕਰਨੀ। ਕਹਿੰਦੇ ਫਿਰ ਤੂੰ ਉਹਨਾਂ ਦੀਆਂ ਫੋਟੋਆਂ ਰੱਖੀਆਂ ਮੋਬਾਈਲ ਤੇ, ਗਾਣਿਆਂ ਤੇ, ਵੀ ਗਾਣੇ ਰੱਖੇ ਨੇ, ਵੀ ਤੂੰ ਉਹਨਾਂ ਦੀ ਰੀਸ ਨਹੀਂ ਕਰ ਸਕਦਾ, ਵੀ ਤੂੰ ਤਾਂ ਪਤਤ ਹੋਇਆ ਸਿੱਖੀ ਤੋਂ। ਤੇ ਮੈਨੂੰ ਉਦੋਂ ਬਹੁਤ ਗੱਲ ਚੁੱਭਣੀ ਵੀ ਮੈਂ ਦਾੜੀ ਕਟਾਈ ਆ, ਕੇਸ ਰੱਖੇ ਨੇ, ਪਰ ਮੈਨੂੰ ਸਿੱਖ ਕਿਉਂ ਨਹੀਂ ਮੰਨਿਆ ਜਾਂਦਾ। ਮੈਨੂੰ ਬਹੁਤ ਇਹ ਗੱਲ ਫੀਲ ਹੋਈ, ਬਹੁਤ ਅੰਦਰ ਚੁੱਭਦੀ ਸੀ। ਤੇ ਮੇਰੇ ਮਾਮਾ ਜੀ, ਉਹਨਾਂ ਨੇ ਆਪਣੇ ਘਰ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾਇਆ। ਤੇ ਉਹ ਬਹੁਤ ਮਤਲਬ ਉਹਨਾਂ ਦਾ ਸ਼ੁਰੂ ਤੋਂ ਹੀ ਉਹਨਾਂ ਦਾ ਉਹ ਸਿੱਖੀ ਜੀਵਨ ਨਾਲ ਬਹੁਤ ਉਹਨਾਂ ਦਾ ਪਿਆਰ ਹੈ। ਤੇ ਮੈਂ ਉਹਨਾਂ ਦੇ ਘਰ ਜਾਣਾ, ਮੇਰੇ ਮਾਮਾ ਜੀ ਨੇ ਮੈਨੂੰ ਸਿੱਧੇ ਮੂੰਹ ਨਾਲ ਨਾ ਬੁਲਾਉਣਾ ਵੀ ਮੈਂ ਦਾੜੀ ਕਟਾਈ ਹੈ। ਮੇਰੇ ਨਾਨੀ ਜੀ ਨੇ ਮੈਨੂੰ ਸਮਝਾਉਣਾ ਵੀ ਦਾੜੀ ਰੱਖ ਲਓ, ਵੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੇ ਜੇ ਉਹ ਚਾਹੁੰਦੇ ਉਹ ਵੀ ਮੰਗ ਸਕਦੇ ਸੀ ਰਾਜ ਭਾਗ, ਪਰ ਉਹਨਾਂ ਨੇ ਨਹੀਂ ਮੰਗਿਆ। ਬਿਲਕੁਲ, ਉਹਨਾਂ ਨੇ ਸਿੱਖੀ ਵੱਲ, ਉਹਨਾਂ ਨੇ ਸਿੱਖੀ ਮੰਗਿਆ। ਫਿਰ ਕਿਵੇਂ ਮੋੜ ਖਾਦਾ ਮਨ ਨੇ ਮੋੜ ਖਾਦਾ। ਮੇਰੇ ਇੱਕ ਮਿੱਤਰ ਪਿਆਰੇ ਨੇ, ਉਹਨਾਂ ਦੀ ਸਾਰੀ ਫੈਮਿਲੀ ਗੁਰਸਿੱਖੀ ਵੱਲ ਹੈ। ਉਹਨੇ ਮੈਨੂੰ ਰੋਜ਼ ਸਮਝਾਉਣਾ, ਸਰਦਾਰ ਰਿਪੂ ਦਮਨ ਸਿੰਘ ਨਾਮ ਹੈ ਉਹਦਾ। ਉਹਨੇ ਮੈਨੂੰ ਰੋਜ਼ ਸਮਝਾਉਣਾ ਵੀ ਸਿੱਖੀ ਵੱਲ ਆ ਜਾ, ਵੀ ਸਿੱਖ ਤੋਂ ਬਿਨਾਂ ਕੁਛ ਨਹੀਂ, ਜੋ ਦੇਣਾ ਆ ਪਰਮਾਤਮਾ ਨੇ ਦੇਣਾ। ਤੇ ਉਹਦੇ ਦਾਦਾ ਜੀ ਨੇ ਜਥੇਦਾਰ ਸਰਦਾਰ ਮਿੱਠਾ ਸਿੰਘ ਜੀ, ਉਹਨਾਂ ਨੇ ਮੈਨੂੰ ਸਮਝਾਉਣਾ, ਉਹਨਾਂ ਨੇ ਮੈਨੂੰ ਆਪਣੇ ਪੋਤਰਿਆਂ ਵਾਂਗ, ਉਹਨਾਂ ਨੇ ਮੈਨੂੰ ਕਹਿਣਾ ਵੀ ਤੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ। ਜੇ ਤੂੰ ਮੈਨੂੰ ਆਪਣਾ ਦਾਦਾ ਸਮਝਦਾ, ਜੇ ਕੁਛ ਸਮਝਦਾ ਤਾਂ ਕਹਿੰਦੇ ਮੇਰੀ ਇੱਕ ਇੱਛਾ ਪੂਰੀ ਕਰ ਦੇ, ਤੂੰ ਦਾੜੀ ਰੱਖ ਲੈ। ਮੈਨੂੰ ਉਦੋਂ ਗੱਲ ਬਹੁਤ ਫੀਲ ਹੋਈ। ਮੈਂ ਕਿਹਾ ਚਲੋ ਮੇਰੇ ਤਾਂ ਦਾਦਾ ਦਾਦੀ ਹੈ ਨਹੀਂ, ਮੈਂ ਇਹਨਾਂ ਦੀ ਗੱਲ ਮੰਨ ਲੈਣਾ। ਮੈਂ ਉਦੋਂ ਦਾੜੀ ਰੱਖਣੀ ਸ਼ੁਰੂ ਕਰਤੀ। ਮੈਂ ਫਿਰ ਕਦੇ ਮੈਂ ਉਦੋਂ ਸਹੁੰ ਖਾ ਲਈ ਵੀ ਮੈਂ ਉਸ ਤੋਂ ਬਾਅਦ ਦਾੜੀ ਉਹਨਾਂ ਨਾਲ ਮਤਲਬ ਵਾਅਦਾ ਕਰ ਲਿਆ ਵੀ ਮੈਂ ਉਸ ਤੋਂ ਬਾਅਦ ਦਾੜੀ ਨਹੀਂ ਕਟਾਵਾਂਗਾ। ਮੈਂ ਫਿਰ ਉਸ ਦਿਨ ਤੋਂ ਬਾਅਦ ਨਾਈ ਦੀ ਦੁਕਾਨ ਵੱਲ ਦੇਖਣਾ ਬੰਦ ਹੀ ਕਰਤਾ। ਤੁਹਾਡੇ ਆਪਣੇ ਘਰਦਿਆਂ ਨੇ ਜਦੋਂ ਰੋਕਿਆ, ਉਹ ਤੁਹਾਨੂੰ ਗੱਲਾਂ ਮਾੜੀਆਂ ਲੱਗੀਆਂ
ਪਰ ਆਪਣੇ ਮਿੱਤਰ ਦੇ ਪਿਤਾ ਦੀਆਂ ਦਾਦੇ ਦੀਆਂ ਗੱਲਾਂ ਤੁਸੀਂ ਕਿਵੇਂ ਮੰਨ ਲਈਆਂ? ਉਹਨਾਂ ਦੇ ਕਹਿਣ ਦੇ ਵਿੱਚ ਬਹੁਤ ਤੇ ਮੇਰੇ ਘਰਦਿਆਂ ਦੇ ਕਹਿਣ ਦੇ ਵਿੱਚ ਬਹੁਤ ਫਰਕ ਸੀ। ਮੇਰੇ ਰਿਸ਼ਤੇਦਾਰ ਮੈਨੂੰ ਟੌਂਟ ਮਾਰਦੇ ਹੁੰਦੇ ਸੀ ਵੀ ਤੂੰ ਤਾਂ ਸਿੱਖੀ ਤੋਂ ਪਤਤ ਹੋ ਗਿਆ, ਹੁਣ ਤਾਂ ਤੂੰ ਸਿੱਖਾਂ 'ਚ ਗਿਣਿਆ ਨਹੀਂ ਜਾਂਦਾ। ਪਰ ਉਹਨਾਂ ਦਾ ਕਹਿਣ ਦਾ ਤਰੀਕਾ ਬਹੁਤ ਅਲੱਗ ਸੀ। ਉਹਨਾਂ ਨੇ ਆਪਣਿਆਂ ਵਾਂਗ ਸਮਝਾਇਆ। ਕਹਿੰਦੇ ਨੇ ਨਾ ਕਈ ਵੀ ਆਪਣਿਆਂ ਦੀਆਂ ਗੱਲਾਂ ਜ਼ਿਆਦਾ ਪਹਿਲਾਂ ਕੈਚ ਅਕਸਰ ਕਰਨਾ, ਆਪਣਿਆਂ ਦੀਆਂ ਗੱਲਾਂ ਬੰਦੇ ਨੂੰ ਚੁਭਦੀਆਂ ਨੇ। ਹਾਂਜੀ, ਤੇ ਬੇਗਾਨਿਆਂ ਦੀ ਗੱਲਾਂ ਜ਼ਿਆਦਾ ਛੇਤੀ ਬੰਦਾ ਕੈਚ ਕਰਦਾ ਹੈ ਜੀ। ਸਤਿਗੁਰਾਂ ਦੀ ਬਖਸ਼ਿਸ਼ ਹੋਈ, ਘਰਦਿਆਂ ਦੇ ਨਹੀਂ ਤਾਂ ਕਿਸੇ ਹੋਰ ਦੇ ਕਹਿਣ ਤੇ ਹੀ ਸਹੀ ਤੁਸੀਂ ਆਪਣੇ ਰਾਹ ਵੱਲ ਆਏ। ਸੋ ਗੁਰੂ ਪਿਆਰਿਓ, ਇੱਕ ਸਮਾਜ ਦੀ ਸੱਚਾਈ ਹੈ, ਜਦੋਂ ਵੀ ਕੋਈ ਇਨਸਾਨ ਕੋਈ ਗਲਤੀ ਕਰਦਾ ਹੈ ਜਾਂ ਕਿਤੇ ਗਲਤ ਰਸਤੇ ਚੱਲ ਰਿਹਾ ਹੈ, ਜਦੋਂ ਉਸਦੇ ਆਪਣੇ ਘਰ ਦੇ ਆਪਣੇ ਸਕੇ ਉਸ ਨੂੰ ਰੋਕਦੇ ਹਨ ਤਾਂ ਉਹ ਇਨਸਾਨ ਨੂੰ ਬੁਰੀਆਂ ਲੱਗਦੀਆਂ ਗੱਲਾਂ। ਪਰ ਜਦੋਂ ਕੋਈ ਬਾਹਰਲਾ ਬੰਦਾ ਉਸ ਗੱਲ ਨੂੰ ਟੋਕੇ, ਉਹ ਸਾਨੂੰ ਸਮਝਾਉਣ ਦਾ ਯਤਨ ਕਰੇ, ਤਾਂ ਇਹ ਇੱਕ ਸੱਚਾਈ ਹੈ, ਉਸ ਦੀ ਗੱਲ ਸਾਡੇ ਮਨ ਦੇ ਉੱਤੇ ਅਸਰ ਕਰ ਜਾਂਦੀ ਹੈ। ਦਾੜਾ ਪ੍ਰਕਾਸ਼ ਕਰਨ ਤੋਂ ਬਾਅਦ ਅੰਮ੍ਰਿਤ ਛਕਣ ਦੀ ਵਾਰੀ ਫਿਰ ਕਦੋਂ ਆਈ? ਜਦੋਂ ਮੈਂ ਦਾੜੀ ਕਟਾਉਂਦਾ ਹੁੰਦਾ ਸੀ ਜੀ, ਉਦੋਂ ਸਾਡੇ ਘਰੇ ਸੰਤ ਜਰਨੈਲ ਖਾਲਸਾ ਭਿੰਡਰਾਣੇ ਦੀ ਫੋਟੋ ਹੈ। ਹਾਂਜੀ, ਮੈਂ ਮਤਲਬ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਵੇਖ ਸਕਦਾ ਸੀ ਵਾਹ, ਉਹਨਾਂ ਦੀ ਫੋਟੋ ਵੱਲ। ਤੇ ਮੈਂ ਜਦ 1 ਮਿੰਟ ਵੀ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਦੇਖ ਲਾਂ, ਮੈਨੂੰ ਕੁਝ ਹੋਣ ਲੱਗ ਜਾਂਦਾ ਸੀ। ਵਾਹ। ਤੇ ਫਿਰ ਜਦੋਂ ਮੈਂ ਦਾੜੀ ਰੱਖਣੀ ਸ਼ੁਰੂ ਕੀਤੀ, ਮੈਨੂੰ ਸਾਲ ਮੈਂ ਦਾੜੀ ਰੱਖੀ, ਮੈਂ ਪੂਰਾ ਆਪਣਾ ਉਹਦੇ ਵੱਲ 'ਚ ਰਿਹਾ, ਗੁਰਸਿੱਖੀ ਵੱਲ। ਫਿਰ ਮੈਂ ਕਿਹਾ ਜੇ ਮੈਂ ਦਾੜੀ ਰੱਖ ਲਈ ਆ, ਮੇਰੇ 'ਚ ਹੁਣ ਕੋਈ ਐਬ ਵੀ ਨਹੀਂ ਰਿਹਾ, ਕੋਈ ਨਸ਼ਾ ਪਤਾ ਵੀ ਨਹੀਂ ਰਿਹਾ, ਵੀ ਮੈਂ ਅੰਮ੍ਰਿਤ ਛਕ ਲੈਣਾ। ਫਿਰ ਮੈਂ ਵਿਸਾਖੀ ਤੇ ਅੰਮ੍ਰਿਤ ਛਕਿਆ ਜਾ ਕੇ ਜੀ। ਅੰਮ੍ਰਿਤ ਛਕਣ ਤੋਂ ਪਹਿਲਾਂ ਜੋ ਤੁਸੀਂ ਦਾੜੀ ਰੱਖਣੀ ਸ਼ੁਰੂ ਕੀਤੀ, ਸਾਲ ਸਮਾਂ ਤੁਸੀਂ ਸਾਬਤ ਸੂਰਤ ਰਹੇ, ਉਸ ਦੌਰਾਨ ਜਿਹੜੀ ਤੁਹਾਡੀ ਮਾੜੀ ਸੰਗਤ ਸੀ, ਉਸ ਤੋਂ ਵੀ ਤੁਸੀਂ ਕਿਨਾਰਾ ਕੀਤਾ ਕਿ ਉਹਨਾਂ ਦੇ ਨਾਲ ਮੇਲ ਜੋਲ ਉਸੇ ਤਰ੍ਹਾਂ ਚੱਲਦਾ ਰਿਹਾ? ਨਹੀਂ, ਉਹਨਾਂ ਤੋਂ ਮੈਂ ਕਿਨਾਰਾ ਕਰ ਲਿਆ ਸੀ। ਮੈਨੂੰ ਇੱਕ ਕਿਤਾਬ ਮਿਲੀ ਸੀ, ਅਸੀਂ ਅੱਤਵਾਦੀ ਨਹੀਂ, ਭਾਈ ਸੁਖਵਿੰਦਰ ਸਿੰਘ ਸੁੱਖਾ ਜੀ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ। ਭਾਈ ਸੁੱਖਾ ਤੇ ਭਾਈ ਜਿੰਦਾ ਜੀ, ਜਿਨ੍ਹਾਂ ਨੇ ਜਰਨਲ ਵੇਦੀਆਂ ਨੂੰ ਮਾਰਿਆ ਸੀ, ਜੋ ਕਿ ਦਰਬਾਰ ਸਾਹਿਬ ਆਪਰੇਸ਼ਨ ਬਲੂ ਸਟਾਰ ਤੇ ਅਟੈਕ ਕਰਾਉਣ ਦਾ ਦੋਸ਼ੀ ਸੀ। ਉਹਨਾਂ ਦੋਵਾਂ ਸਿੱਖਾਂ ਨੇ ਜਦ ਫਾਂਸੀ ਚੜ੍ਹਨਾ ਸੀ, ਉਹਨਾਂ ਨੇ ਆਪ ਹੱਸ ਕੇ ਫਾਂਸੀ ਮੰਗੀ ਜੱਜ ਤੋਂ। ਫਾਂਸੀ ਚੜ੍ਹਨ ਵਕਤ ਉਹਨਾਂ ਨੇ ਇੱਕ ਦਿਨ ਫਾਂਸੀ ਤੋਂ ਪਹਿਲਾਂ ਮਠਿਆਈ ਵੰਡਿਆਈ ਸਾਰੀ ਜੇਲ੍ਹ 'ਚ, ਸਾਰੇ ਉੱਥੇ ਆਪਣੇ ਜਿੱਥੇ ਉਹਨਾਂ ਦੀ ਪੇਸ਼ੀ ਸੀ। ਤੇ ਉਹਨਾਂ ਦੇ ਜਿਹੜੀ ਫੋਟੋ ਉਹਨਾਂ ਦੀ ਵੱਡੀ ਜੱਜ ਨੇ ਹੁਣ ਵੀ ਆਪਣੇ ਘਰੇ ਲਾਈ ਹੋਈ ਆ। ਜੱਜ ਨੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਵਰਗਾ ਬੰਦਾ ਨਹੀਂ ਦੇਖਿਆ ਜਿਹਨੇ ਆਪ ਹੱਸ ਕੇ ਮੌਤ ਲਈ ਆ। ਮੈਨੂੰ ਬਹੁਤ ਮਤਲਬ ਮੇਰੇ ਦਿਲ ਨੂੰ ਬਹੁਤ ਉਸ ਘਟਨਾ ਨੇ ਝੰਜੋੜਿਆ। ਸਿੰਘਾਂ ਦਾ ਤਾਂ ਇਹ ਸੁਭਾਅ ਹੀ ਸੀ, ਕਿਤੇ ਵੀ ਸਿੰਘਾਂ ਨੇ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ। ਜਿਹੜੇ ਸਾਬਤ ਸੂਰਤ ਗੁਰੂ ਵਾਲੇ ਪੂਰਨ ਤੌਰ ਤੇ ਗੁਰਸਿੱਖੀ ਦੇ ਵਿੱਚ ਸੰਪੂਰਨ ਗੁਰਸਿੱਖ ਹਨ, ਉਹ ਡੋਲ ਹੀ ਨਹੀਂ ਸਕਦੇ। ਉਸ ਤੋਂ ਬਾਅਦ ਉੱਥੋਂ ਹੀ ਮੈਨੂੰ ਇੱਕ ਹੋਰ ਕਿਤਾਬ ਮੈਂ ਲਿੱਤੀ, ਆਪਰੇਸ਼ਨ ਬਲੂ ਸਟਾਰ। ਉਹਦੇ ਵਿੱਚ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉੱਥੇ ਘਟਨਾ ਸੀ ਇੱਕ ਬ੍ਰਾਹਮਣ ਪਰਿਵਾਰ 'ਚੋਂ, ਭਾਈ ਬਕਾਲਾ ਸਿੰਘ। ਉਹ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਹਿਲਾਂ, ਤੇ ਉਸ ਟਾਈਮ 'ਚ ਉਹ ਸੰਤਾਂ ਦੇ ਨਿਗਾਹ 'ਚ ਆਇਆ ਤੇ ਗੁਰੂ ਵਾਲਾ ਬਣ ਗਿਆ। ਤੇ ਜਦੋਂ ਆਪਰੇਸ਼ਨ ਬਲੂ ਸਟਾਰ ਵੇਲੇ ਉਹਨਾਂ ਨੇ ਅਟੈਕ ਕੀਤਾ, ਹਿੰਦੂ ਸਰਕਾਰ ਨੇ ਅਟੈਕ ਕੀਤਾ, ਜਦੋਂ ਉਹਨਾਂ ਨੇ ਟੈਂਕ ਅੰਦਰ ਵਾੜੇ, ਉਹਨਾਂ ਦੇ 2 ਟੈਂਕ ਤਾਂ ਉੱਥੇ ਫਸ ਗਏ। ਸ਼ਹੀਦਾਂ ਦਾ ਪਹਿਰਾ ਲੱਗਾ ਸੀ ਉੱਥੇ। ਤੇ ਉਹਨਾਂ ਨੇ ਪਿਛਲੇ ਪਾਸੋਂ ਜਦ ਟੈਂਕ ਵਾੜੇ, ਜਦ ਉਹਨਾਂ ਨੂੰ ਪਤਾ ਚੱਲਿਆ ਤਾਂ ਸੰਤਾਂ ਨੇ ਉਹਦੀ ਡਿਊਟੀ ਲਈ ਵੀ ਇਹ ਟੈਂਕ ਤੂੰ ਰੋਕਣੇ ਨੇ। ਤੇ ਉਹਦੀਆਂ 3 ਕੁੜੀਆਂ ਸੀ, ਉਹਨੇ ਉਹਨਾਂ ਤਿੰਨਾਂ ਦੇ ਲੱਕ ਦੇ ਨਾਲ ਬੰਬ ਬੰਨ ਕੇ ਉਹਨੇ ਟੈਂਕਾਂ ਦੇ ਵਿੱਚ ਉਹਨਾਂ ਨੂੰ ਛਾਲ ਮਰਵਾਤੀ ਤੇ ਆਪ ਵੀ ਸ਼ਹੀਦ ਹੋ ਗਿਆ। ਇਸ ਘਟਨਾ ਦਾ ਤੁਹਾਡੇ ਮਨ ਤੇ ਕੀ ਅਸਰ ਹੋਇਆ? ਇਸ ਘਟਨਾ ਦਾ ਮੇਰੇ ਮਨ ਤੇ ਬਹੁਤ ਅਸਰ ਹੋਇਆ ਕਿ ਮੈਂ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ, ਵੀ ਮੈਂ ਸਿੱਖੀ ਤੋਂ ਪਤਤ ਹੋਇਆ ਫਿਰਦਾ, ਤੇ ਇਹ ਬ੍ਰਾਹਮਣ ਪਰਿਵਾਰ ਵਾਲਾ ਜੋ ਕਿ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਤੇ ਇਹ ਸਿੱਖੀ ਵੱਲ ਆ ਕੇ ਇਹਨੇ ਆਪਣੀ ਇੰਨੀ ਵੱਡੀ ਕੁਰਬਾਨੀ ਦਿੱਤੀ ਤੇ ਆਪਣਾ ਸ਼ਹੀਦਾਂ 'ਚ ਨਾਂ ਲਿਖਾ ਗਿਆ, ਅਮਰ ਹੋ ਗਿਆ। ਵੀ ਮੈਂ ਪਤਤ ਹੋਇਆ ਹਾਂ, ਗੁਰੂ ਤੋਂ ਬੇਮੁਖ ਹੋਇਆ ਹਾਂ, ਵੀ ਮੈਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ। ਫਿਰ ਉਸ ਸਮੇਂ ਤੁਹਾਡਾ ਮਨ ਕੀਤਾ ਕਿ ਮੈਂ ਵੀ ਸਿੰਘ ਸਜਾ ਅੰਮ੍ਰਿਤ ਛਕ ਕੇ? ਹਾਂਜੀ, ਉਸ ਤੋਂ ਬਸ ਸਾਲ ਕੁ ਦੀ ਗੱਲ ਸੀ ਜਦ ਆਹ ਵਿਸਾਖੀ 13 ਅਪ੍ਰੈਲ 2014 ਨੂੰ ਮੈਂ ਅੰਮ੍ਰਿਤ ਛਕ ਲਿਆ ਸੀ। ਤੇ ਇਹ ਜਿਹੜਾ ਤੁਸੀਂ ਵਾਰਤਾ ਇਤਿਹਾਸ ਦੇ ਵਿੱਚ ਪੜ੍ਹਿਆ, ਇਹ ਅੰਮ੍ਰਿਤ ਛਕਣ ਤੋਂ ਕਿੰਨਾ ਸਮਾਂ ਪਹਿਲਾਂ ਪੜ੍ਹਿਆ ਸੀ? ਇਹ ਅੰਮ੍ਰਿਤ ਛਕਣ ਤੋਂ 2 ਮਹੀਨੇ ਪਹਿਲਾਂ ਮੈਂ ਪੜ੍ਹਿਆ ਸੀ। ਸਾਡਾ ਇਤਿਹਾਸ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ ਭਰਪੂਰ ਹੈ। ਸਾਨੂੰ ਲੋੜ ਹੈ ਉਸ ਇਤਿਹਾਸ ਨੂੰ ਮਨ ਕਰਕੇ ਜਾਣਨ ਦੀ, ਕਿਉਂਕਿ ਜਦੋਂ ਤੱਕ ਅਸੀਂ ਅਣਜਾਣ ਹਾਂ ਇਤਿਹਾਸ ਤੋਂ,
ਉਦੋਂ ਤੱਕ ਇਨਸਾਨ ਗਲਤੀਆਂ ਕਰਦਾ ਰਹਿੰਦਾ ਹੈ। ਜਿਸ ਤਰ੍ਹਾਂ ਕਿ ਸਰਦਾਰ ਜਗਸ਼ੇਰ ਸਿੰਘ ਜੀ ਨੇ ਜਦੋਂ ਸਾਡੇ ਸ਼ਹੀਦ ਸਿੰਘਾਂ ਦਾ ਇਤਿਹਾਸ ਪੜ੍ਹਿਆ, ਜਾਣਿਆ, ਉਸ ਇਤਿਹਾਸ ਨੂੰ ਮਨ ਤੇ ਚੋਟ ਵੱਜੀ ਕਿ ਸਾਡੇ ਸਿੰਘਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖੀ ਵਾਸਤੇ ਤੇ ਅਸੀਂ ਕਿਹੜੇ ਰਸਤੇ ਤੇ ਜਾ ਰਹੇ ਹਾਂ। ਤੇ ਉਹ ਇਤਿਹਾਸ ਪੜ੍ਹਨ ਤੋਂ ਬਾਅਦ ਮਨ ਬਣਿਆ ਤੇ ਮੁੜ ਆਏ ਵਾਪਸ ਸਿੱਖੀ ਵੱਲ। ਸੋ ਸਰਦਾਰ ਜਗਸ਼ੇਰ ਸਿੰਘ ਜੀ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ? ਖੰਡੇ ਬਾਟੇ ਦਾ ਜਦੋਂ ਮੈਂ ਅੰਮ੍ਰਿਤ ਛਕ ਕੇ ਘਰੇ ਗਿਆ ਤਾਂ ਸਾਰੇ ਘਰ ਦੇ ਬਹੁਤ ਖੁਸ਼ ਹੋਏ। ਮੇਰੇ ਮਾਤਾ ਜੀ ਉਹ ਵੀ ਬਹੁਤ ਖੁਸ਼ ਹੋਏ, ਮੇਰੇ ਫਾਦਰ ਸਾਹਿਬ ਬਹੁਤ ਖੁਸ਼ ਹੋਏ, ਸਭ ਨੇ ਬਹੁਤ ਵਧਾਈ ਦਿੱਤੀ ਮੈਨੂੰ। ਅੰਮ੍ਰਿਤ ਛਕਣ ਤੋਂ ਪਹਿਲਾਂ ਪਤਾ ਸੀ ਉਹਨਾਂ ਨੂੰ ਕਿ ਸਾਡਾ ਬੇਟਾ ਅੰਮ੍ਰਿਤ ਛਕਣ ਜਾ ਰਿਹਾ ਅੱਜ? ਉਹਨਾਂ ਨੂੰ ਪਤਾ ਨਹੀਂ ਸੀ ਜੀ। ਵਾਹ ਜੀ। ਜਦੋਂ ਉਹਨਾਂ ਨੂੰ ਪਤਾ ਚੱਲਿਆ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਨੇ ਪ੍ਰਸ਼ਾਦ ਕਰਵਾਇਆ ਗੁਰਦੁਆਰਾ ਸਾਹਿਬ ਵਿਖੇ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਵੀ ਮੇਰੇ ਘਰ ਦੇ ਮੇਰੇ ਤੋਂ ਬਹੁਤ ਖੁਸ਼ ਹੋਏ, ਵੀ ਉਹਨਾਂ ਦੀ ਹੋਰ ਇੱਜ਼ਤ ਵਧੀ ਸਾਰੇ ਮਹੱਲੇ 'ਚ, ਸਾਰੇ ਰਿਸ਼ਤੇਦਾਰੀ ਵਿੱਚ। ਇਤਿਹਾਸ ਤੋਂ ਇਲਾਵਾ ਕਿਸੇ ਤੁਹਾਡੇ ਮਿੱਤਰ ਦੋਸਤ ਨੇ, ਕਿਸੇ ਰਿਸ਼ਤੇਦਾਰ ਨੇ ਅੰਮ੍ਰਿਤ ਛਕਣ ਵਾਸਤੇ ਵੀ ਤੁਹਾਨੂੰ ਪ੍ਰੇਰਿਆ? ਮੈਨੂੰ ਅੰਮ੍ਰਿਤ ਛਕਣ ਵਾਸਤੇ ਕਿਸੇ ਨੇ ਨਹੀਂ ਪ੍ਰੇਰਿਆ, ਮੇਰੇ ਆਪਣੇ ਮਨ 'ਚ ਆਇਆ ਵੀ ਹੁਣ ਅੰਮ੍ਰਿਤ ਛਕ ਲਓ। ਮੈਨੂੰ ਬਹੁਤ ਖੁਸ਼ੀ ਹੋਈ ਉਦੋਂ ਅੰਮ੍ਰਿਤ ਛਕ ਕੇ, ਮੈਂ ਬਹੁਤ ਖੁਸ਼ ਹੋਇਆ। ਹੁਣ ਤੁਸੀਂ ਆਪਣੇ ਆਪ ਨੂੰ ਕਿਹੋ ਜਿਹਾ ਮਹਿਸੂਸ ਕਰਦੇ ਹੋ? ਅੰਮ੍ਰਿਤ ਛਕਣ ਤੋਂ ਬਾਅਦ ਮੈਂ ਸੰਪੂਰਨ ਸਿੰਘ ਹੋ ਗਿਆ ਹਾਂ। ਬਿਲਕੁਲ। ਤੇ ਮੈਂ ਕੌਮ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਜਦ ਮੈਂ ਆਪਣਾ ਇਤਿਹਾਸ ਪੜ੍ਹਦਾ, ਹਾਂਜੀ, ਮੇਰੇ ਅੰਦਰੋਂ ਵੀ ਜਜ਼ਬਾ ਹੁੰਦਾ ਹੈ ਕਿ ਮੈਂ ਵੀ ਸਿੱਖ ਕੌਮ ਲਈ ਕੁਝ ਕਰਾਂ। ਵਾਹ। ਤੇ ਸਾਡੇ ਗੁਰੂਆਂ ਨੇ, ਸਾਡੇ ਸਿੰਘਾਂ ਨੇ ਜੋ ਕੁਝ ਕੀਤਾ ਦੇਸ਼ ਲਈ, ਕੌਮ ਲਈ, ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਿਆ। ਜਦ ਵੀ ਕੌਮ ਨੂੰ ਜਾਂ ਦੇਸ਼ ਨੂੰ ਮੇਰੀ ਲੋੜ ਪਵੇ, ਮੈਂ ਆਪਣੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਰ ਨੀਵਾਂ ਨਹੀਂ ਹੋਣ ਦਾਂਗਾ। ਉਹਨਾਂ ਦੇ ਕਹੇ ਬਚਨਾਂ ਤੇ 1.25 ਲੱਖ ਸੇ ਏਕ ਲੜਾਊਂ ਤਬ ਗੋਬਿੰਦ ਸਿੰਘ ਨਾਮ ਕਹਾਊਂ ਨੂੰ ਪੂਰਨ ਕਰਕੇ ਵਿਖਾਵਾਂਗਾ। ਸੋ ਸਰਦਾਰ ਜਗਸ਼ੇਰ ਸਿੰਘ ਜੀ, ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਵੀ ਮਨ ਹੁਣ ਅੰਦਰੋਂ ਜਜ਼ਬਾ ਪੈਦਾ ਹੁੰਦਾ ਕਿ ਸਿੱਖੀ ਵਾਸਤੇ ਕੁਝ ਕਰਨਾ ਹੈ। ਕੁਝ ਅਮਲੀ ਤੌਰ ਤੇ ਵੀ ਕੋਈ ਯਤਨ ਸ਼ੁਰੂ ਕੀਤਾ ਹੈ, ਵੀ ਕੁਝ ਕਰ ਰਹੇ ਹੋ ਸਿੱਖੀ ਦੇ ਲਈ ਜਾਂ ਅਜੇ ਨਹੀਂ? ਮੈਂ ਤਾਂ ਆਪਣੇ ਸਿੱਖ ਕੌਮ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ, ਜਦ ਕੌਮ ਤੇ ਬਣਦੀ ਹੈ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ, ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਪਿਓਰਾ, ਇਹ ਸਭ ਜੇਲ੍ਹਾਂ ਵਿੱਚ ਸੜ ਰਹੇ ਨੇ। ਕੋਈ ਗੁਨਾਹ ਨਹੀਂ ਕੀਤਾ ਇਹਨਾਂ ਨੇ ਆਪਣੇ ਹੱਕ ਮੰਗੇ ਨੇ। ਸਿੱਖ ਕੌਮ ਪਹਿਲਾਂ ਸਭ ਦੇ ਹੱਕ ਦਿਵਾਉਂਦੀ ਆਈ ਹੈ, ਪਰ ਜਦ ਅੱਜ ਆਪਣੇ ਹੱਕਾਂ ਮੰਗਣ ਦੀ ਵਾਰੀ ਆਈ ਤਾਂ ਸਾਰੀਆਂ ਕੌਮਾਂ ਪਾਸੇ ਹੋ ਗਈਆਂ। ਹਿੰਦੂ ਸਰਕਾਰ ਨੇ ਹਮੇਸ਼ਾ ਸਿੱਖਾਂ ਨਾਲ ਧੱਕੇਸ਼ਾਹੀ ਕੀਤੀ ਹੈ ਤੇ ਹਲੇ ਵੀ ਕਰ ਰਹੀ ਹੈ। ਮੈਂ ਇਹੀ ਚਾਹੂੰਗਾ ਵੀ ਮੈਂ ਆਪਣੇ ਸਿੱਖਾਂ ਨੂੰ ਇਹੀ ਕਹਾਂਗਾ ਵੀ ਕੌਮ ਬਹੁਤ ਹੀ ਜ਼ਿਆਦਾ ਔਖੇ ਵੇਲੇ ਵਿੱਚ ਹੈ, ਸਭ ਨੂੰ ਇਕੱਠਾ ਹੋ ਕੇ ਕੌਮ ਨੂੰ ਸੰਭਾਲਣਾ ਚਾਹੀਦਾ ਹੈ। ਸਿੱਖ ਕੌਮ ਕਿਸੇ ਦੀ ਮੁਹਤਾਜ ਨਹੀਂ ਹੈ, ਉਹ ਆਪਣੇ ਹੱਕ ਆਪ ਲੈ ਸਕਦੀ ਹੈ। ਪਰ ਉਸ ਵਕਤ ਸਾਡਾ ਵੀ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਸਿੱਖਾਂ ਦੇ ਵੱਡੇ ਆਗੂ ਆਪਸ ਵਿੱਚ ਲੜ ਕੇ ਸਭ ਨੂੰ ਦਿਖਾਉਂਦੇ ਹਨ, ਤਾਂ ਉਸ ਨਾਲ ਸਾਡਾ ਬਹੁਤ ਸਿਰ ਨੀਵਾਂ ਹੁੰਦਾ ਹੈ ਤੇ ਸਾਡੇ ਵੀ ਅੰਦਰੋਂ ਕੌਮੀ ਏਕਤਾ ਘਟ ਜਾਂਦੀ ਹੈ। ਸਾਡੇ ਆਗੂਆਂ ਨੇ ਤਾਂ ਮਾਰਗਦਰਸ਼ਨ ਬਣਨਾ ਸਾਡਾ, ਹਾਂਜੀ, ਪਰ ਜਦੋਂ ਉਹ ਹੀ ਕੁਰਾਏ ਪੈ ਜਾਂਦੇ ਹਨ ਤਾਂ ਸਿਰ ਤਾਂ ਸਾਡਾ ਨੀਵਾਂ ਹੋਣਾ ਹੀ ਹੈ। ਹਾਂਜੀ। ਜਦੋਂ ਤੁਸੀਂ ਮਾੜੀ ਸੰਗਤ ਦੇ ਵਿੱਚ ਸੀ ਤੇ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਤੁਸੀਂ ਮਾੜੇ ਕਰਮ ਵੀ ਚਲੋ ਕਰਦੇ ਰਹੇ, ਪਰ ਹੁਣ ਤੁਹਾਡੇ ਤੇ ਬਖਸ਼ਿਸ਼ ਹੋਈ ਸਤਿਗੁਰਾਂ ਦੀ, ਮੁੜ ਤੁਸੀਂ ਆਪਣੇ ਉਹਨਾਂ ਪੁਰਾਣੇ ਮਿੱਤਰਾਂ ਨੂੰ ਮਿਲਣ ਦਾ ਯਤਨ ਕੀਤਾ, ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਭਾਈ ਆਹ ਕੰਮ ਤੁਸੀਂ ਨਾ ਕਰੋ, ਮੇਰੇ ਵਾਂਗ ਤੁਸੀਂ ਵੀ ਅੰਮ੍ਰਿਤ ਛਕ ਕੇ ਸਿੰਘ ਸਜੋ? ਮੈਂ ਉਹਨਾਂ ਨੂੰ, ਮੇਰੇ ਜਿਹੜੇ ਮਿੱਤਰ ਮਿਲਦੇ ਨੇ ਉਹਨਾਂ ਨੂੰ ਮੈਂ ਬਹੁਤ ਸਮਝਾਉਣਾ ਹਾਂ ਵੀ ਸਿੱਖੀ ਨਾਲ ਪ੍ਰੇਮ ਪਿਆਰ ਰੱਖੋ, ਮੁੜ ਸਿੱਖੀ ਵਿੱਚ ਆਓ, ਵੀ ਤੁਹਾਡੀ ਵੀ ਮੇਰੇ ਵਾਂਗ ਬਹੁਤ ਇੱਜ਼ਤ ਹੋਏਗੀ। ਮੈਂ ਉਹਨਾਂ ਨੂੰ ਸਗੋਂ ਭਾਈ ਹਰਨਾਮ ਸਿੰਘ ਉਪਦੇਸ਼ਕ ਜੀ ਦੀ ਕਵਿਤਾ ਵੀ ਸੁਣਾਉਂਦਾ ਰਹਿਣਾ। ਕਿਹੜੀ ਕਵਿਤਾ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ? ਭਾਈ ਹਰਨਾਮ ਸਿੰਘ ਉਪਦੇਸ਼ਕ ਜੀ ਨੇ ਇੱਕ ਕਵਿਤਾ, ਬਹੁਤ ਸੋਹਣੀ ਕਵਿਤਾ ਲਿਖੀ ਹੈ। ਉਹ ਕਹਿੰਦੇ ਵੀ आज जोनो देखत हो हिंद में मुसलमान, इनमें बताओ कौन है अरबस्तान। भी ਜਿਹੜੇ ਵੀ ਹਿੰਦੁਸਤਾਨ 'ਚ ਮੁਸਲਮਾਨ ਨੇ ਇਹ ਕੋਈ ਪੱਕੇ ਮੁਸਲਮਾਨ ਨਹੀਂ ਹੈਗੇ, ਇਹ ਸਭ ਕਨਵਰਟਡ ਹੀ ਨੇ। ਕਹਿੰਦੇ आज जोनो देखत हो हिंद में मुसलमान, इनमें बताओ कौन है अरबस्तान के। बाणिए ब्राह्मण खत्रियों के पूत बोते, जट जिमीदार कौम तरखान के। भी सारे कन्वर्टेड ने। मक्के और मदीने के ना ये वसनीक हुए, राव जी दुरानी ना कहिए ईरान के। ना ये मक्के दे वसण वाले ने, ना ईरान दे ने, ना दुरानी। ਜਿਹੜਾ ਮੁਗਲ ਸੀ
ਮੁਗਲ ਅਸਲ ਹੀ ਮੁਸਲਮਾਨ ਸੀ। ਹਾਂਜੀ। ਇਹ ਕੋਈ ਮੁਸਲਮਾਨ ਅਸਲ ਨਹੀਂ ਹੈ, ਸਭ ਕਨਵਰਟਡ ਜਦੋਂ ਨੇ। ਔਰੰਗਜ਼ੇਬ ਨੇ ਜਦੋਂ 1.25 ਲੱਖ ਜਨੇਊ ਉਤਾਰਨ ਦਾ ਪ੍ਰਣ ਲਿਆ ਸੀ ਰੋਜ਼ਾਨਾ, ਹਾਂਜੀ ਉਸ ਸਮੇਂ ਰੋਜ਼ਾਨਾ ਹੀ ਬੇਕਸੂਰ ਇੱਕ ਆਮ ਇਨਸਾਨ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਜਾਂਦਾ ਸੀ, ਤੇ ਉਹਨਾਂ ਤੋਂ ਹੀ ਜਿਹੜੇ ਡਰ ਕੇ ਆਪਣਾ ਧਰਮ ਛੱਡ ਕੇ ਮੁਸਲਮਾਨ ਬਣੇ, ਅੱਜ ਉਹੀ ਕੌਮਾਂ ਉਹੀ ਸਰੀਰ ਅੱਗੇ ਦੇ ਅੱਗੇ ਵੰਸ਼ ਦਰ ਵੰਸ਼ ਚੱਲਦੇ ਆ। ਖੱਤਰੀ ਬਾਣੀਏ ਬ੍ਰਾਹਮਣੋं के पूत बोते जट जिमीदार कौम तरखान के मक्के ओ मदीने का ना ये वसनीक हुए राव जी ईरानी ना कहिए दौरान के इसी तौर हिंद सब होवती मुसलमान जो ना तीर छूट ते गोबिंद सिंह जवान के। वाह जी वाह। कहते जो ना तीर छूट ते गोबिंद सिंह जवान के काली कलकत्ते वाली भौण कर गई खाली जाए के बराज गए ही चादरों को तान के हाय अफसोस किसे आण के ना सार लेनी जब भी ਸੀਸ ਕਾਟ ਤੇ ਕੁੱਲ ਹਿੰਦਵਾਨ ਕੇ। ਉਦੋਂ ਕਿਸੇ ਨੇ ਸਾਰ ਨਾ ਲਿੱਤੀ, ਉਦੋਂ ਸਾਡੇ ਪਿਤਾ ਨੇ ਸਾਰ ਲਿੱਤੀ, ਸਾਡੇ ਦਾਦਾ ਨੇ, ਸਾਡੇ ਕੌਮ ਦੇ ਬੰਦਿਆਂ ਨੇ ਸਾਰ ਦਿੱਤੀ। ਇਹਦਾ ਮਤਲਬ ਇਹ ਸੀ ਕਿ ਕਾਲੀ ਕਲਕੱਤੇ ਵਾਲੀ ਜਿਹਨੂੰ ਲੋਕ ਬਹੁਤ ਪੂਜਦੇ ਨੇ ਜਾਂ ਹੋਰ ਦੇਵੀ ਦੇਵਤਿਆਂ ਨੂੰ ਪੂਜਦੇ ਨੇ, ਉਦੋਂ ਤਾਂ ਕੋਈ ਨਾ ਦਿਸਿਆ, ਨਾ ਅਮਰਨਾਥ, ਨਾ ਸ਼ਿਵਾਲਾ ਜੀ, ਨਾ ਜੀਵਾਲਾ ਜੀ, ਉਦੋਂ ਤਾਂ ਨਾ ਕੋਈ ਦਿਸਿਆ। ਜੇ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨਾ ਚੱਲਦੇ, ਗੁਰੂ ਗੋਬਿੰਦ ਸਿੰਘ ਪਿਤਾ ਨਾ ਹੁੰਦੇ, ਤਾਂ ਇਹ ਸਾਰਾ ਹਿੰਦੁਸਤਾਨ ਮੁਸਲਮਾਨ ਹੋਣਾ ਸੀ। ਬਿਲਕੁਲ। ਕਹਿੰਦੇ ਨੇ ਨਾ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਸੁਨਨਤ ਹੋਤੀ ਸਭ ਕੀ। ਸੋ ਗੁਰੂ ਪਿਆਰਿਓ, ਸਰਦਾਰ ਜਗਸ਼ੇਰ ਸਿੰਘ ਜੀ ਨੇ ਜੋ ਆਪ ਜੀ ਨੂੰ ਦੱਸਿਆ, ਜੋ ਕਵਿਤਾ ਸੁਣਾਈ, ਇਸ ਦੇ ਵਿੱਚ ਕੋਈ ਵੀ ਦੋ ਰਾਵਾਂ ਨਹੀਂ, ਅਟਲ ਸੱਚਾਈ ਹੈ। ਭਾਵਾਂ ਕਿ ਇਸ ਨੂੰ ਮੰਨਣ ਤੋਂ ਕਈ ਕੱਟੜ ਵਿਰੋਧੀ, ਕੱਟੜਪੰਥੀ ਇਸ ਤੋਂ ਇਨਕਾਰੀ ਹੋ ਜਾਣ, ਅਨਮਤ ਵਾਲੇ ਇਸ ਨੂੰ ਮੰਨਣ ਤੋਂ ਨਾ ਯਕੀਨ ਕਰਨ, ਪਰ ਇਹ ਅਟਲ ਸੱਚਾਈ ਹੈ। ਜਦੋਂ ਔਰੰਗਜ਼ੇਬ ਨੇ ਪ੍ਰਣ ਕੀਤਾ ਕਿ ਰੋਜ਼ਾਨਾ 1.25 ਲੱਖ ਜਨੇਊ ਉਤਾਰਨਾ ਹੈ, ਹਿੰਦੂਆਂ ਦੇ ਸਿਰਾਂ ਦੇ ਉੱਤੋਂ ਲੰਘ ਕੇ ਮੱਕੇ ਮਦੀਨੇ ਦੇ ਦਰਸ਼ਨ ਕਰਨੇ ਹਨ, ਇਬਾਦਤ ਕਰਨੀ ਹੈ, ਉਸ ਸਮੇਂ ਦਸਮ ਪਿਤਾ ਜੀ ਦੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦੇ ਕੇ ਇਸ ਕਾਂਡ ਨੂੰ ਰੋਕਿਆ। ਉਸ ਤੋਂ ਉਪਰੰਤ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਮੁਗਲ ਰਾਜ ਦਾ ਵਿਰੋਧ ਕੀਤਾ, ਜਿਸ ਕਾਰਨ ਅੱਜ ਅਸੀਂ ਸਾਰੇ ਹੀ ਆਜ਼ਾਦ ਹਸਤੀ ਦੇ ਰੂਪ ਦੇ ਵਿੱਚ ਸਮਾਜ ਦੇ ਵਿੱਚ ਚੱਲ ਰਹੇ ਹਾਂ। ਨੌਜਵਾਨ ਸਿੰਗਰਾਂ ਨੂੰ ਦੇਖ ਕੇ ਸਿੱਖੀ ਤੋਂ ਪਤਤ ਹੋਏ, ਬੇਮੁਖ ਹੋਏ। ਉਸ ਸਮੇਂ ਵੀ ਸ਼ੀਸ਼ੇ ਦੇ ਸਾਹਮਣੇ ਖੜ ਕੇ ਤੁਸੀਂ ਆਪਣੇ ਆਪ ਨੂੰ ਸੁੰਦਰ ਸਮਝਦੇ ਹੋਣੇ ਵੀ ਮੈਂ ਬੜਾ ਸੋਹਣਾ ਲੱਗ ਰਿਹਾ, ਤੇ ਅੱਜ ਤੁਸੀਂ ਸਿੰਘ ਸੱਚ ਚੁੱਕੇ ਹੋ, ਸਾਬਤ ਸੂਰਤ, ਤੇ ਹੁਣ ਵੀ ਤੁਸੀਂ ਆਪਣੀ ਜਦੋਂ ਸ਼ਕਲ, ਆਪਣਾ ਮੁਖੜਾ ਦੇਖਦੇ ਹੋ, ਉਸ ਸਮੇਂ ਦੀ ਸੁੰਦਰਤਾ ਤੇ ਅੱਜ ਦੀ ਸੁੰਦਰਤਾ ਦੇ ਵਿੱਚ ਤੁਸੀਂ ਕੀ ਫਰਕ ਕੱਢੋਗੇ? ਮੈਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਹੁਣ ਤੱਕ ਅੰਮ੍ਰਿਤ ਛਕਣ ਤੋਂ ਬਾਅਦ ਮੈਂ ਜਿੰਨਾ ਸੋਹਣਾ ਹੁਣ ਲੱਗਦਾ, ਮੈਂ ਦਾੜੀ ਕਤਲ ਕਰਾ ਕੇ ਮੈਂ ਨਹੀਂ ਸੀ ਲੱਗਦਾ ਹੁੰਦਾ। ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਹੀ ਬੰਦਾ ਨਿਰਪੱਖ, ਨਿਡਰ ਹੋ ਜਾਂਦਾ ਹੈ ਤੇ ਬਹੁਤ ਸੋਹਣਾ ਲੱਗਦਾ ਹੈ। ਦਰਸ਼ਕੋ, ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਚੱਲਾਂਗੇ ਸਰਦਾਰ ਜਗਸ਼ੇਰ ਸਿੰਘ ਜੀ ਦੇ ਗ੍ਰਹਿ, ਮਿਲਾਂਗੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ, ਜਾਣਾਂਗੇ ਉਹ ਕੀ ਕਹਿੰਦੇ ਹਨ ਇਹਨਾਂ ਬਾਰੇ। ਸੋ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਸਰਦਾਰ ਜਗਸ਼ੇਰ ਸਿੰਘ ਜੀ, ਆਓ ਹੁਣ ਤੁਹਾਡੇ ਘਰ ਚੱਲਦੇ ਹਾਂ, ਮਿਲਦੇ ਹਾਂ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਪੋਤਰਾ ਜੋ ਕਿ ਪਹਿਲੇ ਬਹੁਤ ਗੁਰਸਿੱਖ ਬੱਚਾ ਸੀ, ਥੋੜੀ ਜੀ ਮਾੜੀ ਸੁਸਾਇਟੀ ਹੋਣ ਕਾਰਨ ਕਰਕੇ ਉਹ ਆਪਣੀ ਸਿੱਖੀ ਤੋਂ ਗਿਰ ਚੁੱਕਿਆ ਸੀ। ਅਸੀਂ ਦਾਤੇ ਅੱਗੇ ਬਹੁਤ ਅਰਦਾਸਾਂ ਕੀਤੀਆਂ, ਮਹਾਰਾਜ ਨੇ ਸਾਡੀ ਸੁਣ ਲਈ ਹੈ। ਸੁਣ ਕੇ ਬੱਚਾ ਸਾਡਾ ਚੰਗੇ ਪਾਸੇ ਲੱਗ ਗਿਆ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਮੇਰਾ ਬੱਚਾ ਜਗਸ਼ੇਰ ਸਿੰਘ ਜੋ ਪਤਤ ਪੁਣੇ 'ਚ ਆ ਗਿਆ ਸੀ, ਮੈਂ ਬਹੁਤ ਅਰਦਾਸਾਂ ਅਰਜ਼ੋਈਆਂ ਕੀਤੀਆਂ ਬਾਬਾ ਜੀ ਅੱਗੇ ਕਿ ਵਾਹਿਗੁਰੂ ਮੇਰੇ ਬੱਚਿਆਂ ਨੂੰ ਸਮੱਤ ਬਖਸ਼, ਉਹਨਾਂ ਨੂੰ ਸਿੱਖੀ ਵਿੱਚ ਮੋੜ ਕੇ ਵਾਪਸ ਲਿਆਓ। ਮੇਰੀ ਅਰਦਾਸ ਕਬੂਲ ਹੋਈ ਵਾਹਿਗੁਰੂ ਦੇ ਦਰ ਤੇ ਮੇਰਾ ਬੱਚਾ ਜਗਸ਼ੇਰ ਸਿੰਘ ਗੁਰਸਿੱਖੀ ਵੱਲ ਵਾਪਸ ਮੁੜ ਆਇਆ। ਮੇਰਾ ਭਤੀਜਾ ਸਰਦਾਰ ਜਗਸ਼ੇਰ ਸਿੰਘ ਜੀ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਮਾੜੀ ਸੰਗਤ ਦੇ ਕਾਰਨ ਦਾੜੀ ਵਗੈਰਾ ਕਤਲ ਕਰ ਚੁੱਕਾ ਸੀ, ਹੁਣ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਘਰਦਿਆਂ ਦੀ ਬਿਰਤੀ ਅਨੁਸਾਰ ਘਰਦਿਆਂ ਨੇ ਬਹੁਤ ਅਰਦਾਸਾਂ ਵਗੈਰਾ ਕੀਤੀਆਂ ਕਿ ਉਹਨਾਂ ਦਾ ਬੱਚਾ ਜਿਹੜਾ ਪਤਤ ਪੁਣੇ ਦੇ ਵਿੱਚ ਆਇਆ ਪਿਆ ਉਹ ਆਪਣੀ ਗੁਰਸਿੱਖੀ ਦੇ ਵਿੱਚ ਵਾਪਸ ਆ ਜਾਵੇ। ਬਚਪਨ ਵਿੱਚ ਵੀ ਅਸੀਂ ਉਸ ਨੂੰ ਪਾਠ ਵਗੈਰਾ ਸਭ ਕੁਝ ਬਹੁਤ ਕਹਾਣੀਆਂ ਗੁਰਸਿੱਖੀ ਦੀਆਂ ਸੁਣਾਉਂਦੇ ਰਹੇ, ਪਰ ਕੋਈ ਸੁਸਾਇਟੀ ਮਾੜੀ ਹੋਣ ਕਾਰਨ ਉਹ ਪਤਤ ਪੁਣੇ ਵਿੱਚ ਆ ਗਿਆ ਸੀ। ਹੁਣ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਉਸ 'ਤੇ, ਉਹ ਅੰਮ੍ਰਿਤਧਾਰੀ ਹੋ ਗਿਆ ਹੈ। ਦਾੜੀ ਕੇਸ ਸਭ ਕੁਝ ਰੱਖ ਲੈਣ ਉਸਨੇ, ਸਵੇਰੇ ਉੱਠ ਕੇ ਪਾਠ, ਸ਼ਾਮ ਨੂੰ ਪਾਠ ਕਰਦਾ ਹੈ। ਮੈਂ ਤੇ ਜਗਸ਼ੇਰ ਸਿੰਘ ਜਿਹੜੇ ਹੁਣ ਸਿੰਘ ਸਜਣ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਅਸੀਂ ਇਕੱਠੇ ਰਹਿੰਦੇ ਰਹੇ ਹਾਂ ਪਹਿਲਾਂ ਤੋਂ ਅਤੇ ਕਾਫੀ ਚੰਗੇ ਦੋਸਤ ਰਹੇ ਹਾਂ। ਅਤੇ ਪਹਿਲਾਂ ਵੀ ਇਹਦੇ ਵਿਚਾਰ ਠੀਕ ਸੀ, ਵਧੀਆ ਸੀ, ਬਹੁਤ ਵਧੀਆ ਵਿਚਾਰ ਸੀ ਇਹਦੇ। ਬਸ ਇਹ ਸੀ ਕਿ ਇਹ ਸਿੱਖੀ ਕਰਨੀ ਨਹੀਂ ਸੀ। ਅਤੇ ਹੌਲੀ ਹੌਲੀ ਫਿਰ ਅਸੀਂ ਗੁਰਦੁਆਰੇ ਤਾਂ ਪਹਿਲਾਂ ਵੀ ਜਾਂਦੇ ਸੀ ਅਤੇ ਅਸੀਂ ਸਿੱਖੀ ਸੰਬੰਧੀ ਬੁੱਕਸ ਜਿਹੜੀਆਂ ਨੇ ਪੜ੍ਹਨੀਆਂ ਸ਼ੁਰੂ ਕੀਤੀਆਂ। ਅਤੇ ਇਹਦੇ ਆਪਣੇ ਮਨ ਦੇ ਉਹ ਸੀ, ਜਦ ਤੱਕ ਬੰਦੇ ਦੇ ਆਪਣੇ ਮਨ ਦੇ ਵਿਚਾਰ ਨਹੀਂ ਬਣਦੇ ਸਿੱਖੀ ਪ੍ਰਤੀ, ਕਿਸੇ ਦੇ ਵੀ ਕਹਿਣ 'ਤੇ ਉਹ ਮਤਲਬ ਕਿ ਸਿੱਖੀ 'ਚ ਨਹੀਂ ਆ ਸਕਦਾ, ਜਦ ਤੱਕ ਉਹਦੇ ਆਪਣੇ ਅੰਦਰੋਂ ਸ਼ਰਧਾ ਨਹੀਂ ਪੈਦਾ ਹੁੰਦੀ ਸਿੱਖੀ ਪ੍ਰਤੀ। ਅਤੇ ਇਹਦੇ ਆਪਣੇ ਮਨ ਦੀ ਸ਼ਰਧਾ ਸੀ ਸਿੱਖੀ ਪ੍ਰਤੀ, ਜੋ ਇਹਨੇ ਅੰਮ੍ਰਿਤ ਛਕਿਆ, ਅਤੇ ਵਿਚਾਰ ਇਹਦੇ ਬਹੁਤ ਵਧੀਆ ਸੀ। ਦਾਤੇ ਅੱਗੇ ਅਸੀਂ ਇਹੀ ਅਰਦਾਸ ਕਰਦੇ ਆ, ਸਾਡੇ ਜਿਹੜੇ ਹੋਰ ਬੱਚੇ ਵੀ ਸਿੱਖੀ ਤੋਂ ਪਤਤ ਹੁੰਦੇ ਜਾ ਰਹੇ ਨੇ, ਮਹਾਰਾਜ ਉਹਨਾਂ ਨੂੰ ਵੀ ਸਮੱਤ ਬਖਸ਼ੇ ਤੇ ਚੰਗੇ ਪਾਸੇ ਲਿਆਵੇ, ਤਾਂ ਹੀ ਸਾਡੀ ਮਨ ਦੀ ਤਮੰਨਾ ਜਿਹੜੀ ਉਹ ਪੂਰੀ ਹੋਣੀ ਹੈ। ਕਿਉਂਕਿ ਸਾਡਾ ਬਾਕੀ ਸਾਰਾ ਪਰਿਵਾਰ ਗੁਰਸਿੱਖੀ ਵਿੱਚ ਹੈ, ਸਿਰਫ ਇੱਕ ਦੋ ਬੱਚੇ ਇਸ ਤਰ੍ਹਾਂ ਹੋ ਗਏ ਨੇ, ਮਹਾਰਾਜ ਉਹਨਾਂ ਨੂੰ ਵੀ ਸਮੱਤ ਦੇਵੇ ਤੇ ਉਹ ਵੀ ਗੁਰਸਿੱਖੀ ਵਿੱਚ ਆਵਣ। ਵਾਹਿਗੁਰੂ ਅੱਗੇ ਇਹ ਅਰਦਾਸ ਹੈ ਕਿ ਵਾਹਿਗੁਰੂ ਨੂੰ ਸਾਰੀ ਉਮਰ ਆਪਣੇ ਸਿੱਖੀ ਬਾਣੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਆਪਣੇ ਸਾਰੇ ਵੀਰਾਂ ਨੂੰ ਜੋ ਸਿੱਖੀ ਤੋਂ ਪਤਤ ਹੋਏ ਹਨ, ਉਹਨਾਂ ਨੂੰ ਮੈਂ ਇਹੀ ਉਪਦੇਸ਼ ਦੇਣਾ ਚਾਹੂੰਗਾ ਕਿ ਮੈਂ ਜਦੋਂ ਅੰਮ੍ਰਿਤ ਨਹੀਂ ਸੀ ਛਕਿਆ ਹੁੰਦਾ, ਜਦੋਂ ਮੈਂ ਸਿੱਖੀ ਤੋਂ ਪਤਤ ਸੀ, ਮੈਂ ਆਪਣੇ ਆਪ ਨੂੰ ਬਹੁਤ ਸੋਹਣਾ ਸਮਝਦਾ ਸੀ, ਪਰ ਇਹ ਮੇਰੇ ਮਨ ਦਾ ਵਹਿਮ ਸੀ। ਪਰ ਜਦ ਤੋਂ ਬਾਅਦ ਮੈਂ ਅੰਮ੍ਰਿਤ ਛਕਿਆ, ਮੈਂ ਮੁੜ ਸਿੱਖੀ ਵੱਲ ਆਇਆ, ਮੈਨੂੰ ਸਭ ਤੋਂ ਸੋਹਣਾ ਮੈਂ ਹੀ ਲੱਗਦਾ, ਮੈਨੂੰ ਲੱਗਦਾ ਮੈਂ ਸੋਹਣਾ। ਸੋ ਮੈਂ ਆਪਣੇ ਪਤਤ ਸਿੱਖਾਂ ਨੂੰ ਇਹੀ ਉਪਦੇਸ਼ ਦੇਣਾ ਚਾਹੂੰਗਾ ਕਿ ਤੁਸੀਂ ਵੀ ਮੁੜ ਸਿੱਖੀ ਵੱਲ ਆਓ। ਇਹ ਸਭ ਧੋਖ ਹੈ, ਕੋਈ ਦਾੜੀ ਕੱਟ ਕੇ ਜਾਂ ਕੇਸ ਕੱਟ ਕੇ ਕੋਈ ਸੋਹਣਾ ਨਹੀਂ ਹੋਏਗਾ, ਨਾ ਲੱਗ ਸਕਦਾ ਹੈ। ਜੋ ਕੁਛ ਹੈ ਗੁਰੂ ਨੇ ਸਭ ਕੁਛ ਦੇਣਾ ਤੁਹਾਨੂੰ। ਮੁੜ ਸਿੱਖੀ ਵੱਲ ਆਪਣਾ ਜੀਵਨ ਲਿਆਓ ਤੇ ਮਾੜੇ ਕੰਮਾਂ ਤੋਂ ਬਚੋ, ਧੋਖੇ ਤੋਂ ਬਚੋ, ਕੌਮ ਦੀ ਏਕਤਾ ਲਈ ਇਕੱਠੇ ਰਹੋ। ਇਹੀ ਕਹਿਣ ਲਈ ਮੈਂ ਸਟੂਡੀਓ ਵਿੱਚ ਆਇਆ ਹਾਂ। ਸਰਦਾਰ ਜਗਸ਼ੇਰ ਸਿੰਘ ਜੀ, ਤੁਸੀਂ ਉਚੇਚੇ ਤੌਰ ਤੇ ਸਾਡੇ ਸਟੂਡੀਓ ਦੇ ਵਿੱਚ ਆਏ, ਆਪਣੇ ਦਿਲ ਦੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਏਵਨ ਪੰਜਾਬੀ ਦੀ ਸਾਰੀ ਟੀਮ ਵੱਲੋਂ ਅਵਾਰਡ ਆਫ ਆਨਰ ਮੈਂ ਮੁੜ ਸਿੱਖੀ ਵੱਲ ਪ੍ਰਵਾਨ ਕਰੋ। ਤੁਹਾਡਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਮੁੜ ਸਿੱਖੀ ਦੇ ਵਿੱਚ ਆਉਣ ਲਈ ਆਸ ਕਰਦੇ ਹਾਂ। ਸਿੱਖੀ ਦੇ ਤਗੜੇ ਆਗੂ ਬਣੋ। ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਹੁਣ ਸਮਾਂ ਹੋ ਚੁੱਕਾ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸਾਡਾ ਇਹ ਪ੍ਰੋਗਰਾਮ ਮੈਂ ਮੁੜ ਸਿੱਖੀ ਵੱਲ ਉਹਨਾਂ ਗੁਰਸਿੱਖ ਵੀਰਾਂ ਦੇ ਲਈ ਹੈ ਜੋ ਕਿਸੇ ਸਮੇਂ ਸਿੱਖੀ ਤੋਂ ਪਤਤ ਹੋਏ ਪਰ ਵਾਪਸ ਆਏ ਮੁੜ ਸਿੱਖੀ ਵੱਲ। ਸੋ ਜੇਕਰ ਤੁਹਾਡੇ ਜੀਵਨ ਦੇ ਵਿੱਚ ਵੀ ਕੋਈ ਐਸੀ ਦਾਸਤਾਨ ਵਾਪਰੀ ਹੈ ਜਿਹਨੂੰ ਸੁਣ ਕੇ ਕੋਈ ਟੁੱਟਿਆ ਹੋਇਆ ਗੁਰੂ ਦਾ ਪਿਆਰਾ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ, ਤਾਂ ਸੰਪਰਕ ਕਰੋ ਸਕਰੀਨ ਤੇ ਆ ਰਹੇ ਨੰਬਰਾਂ ਤੇ। ਅਸੀਂ ਜ਼ਰੂਰ ਤੁਹਾਨੂੰ ਆਪਣੇ ਸਟੂਡੀਓ ਦੇ ਵਿੱਚ ਲੈ ਕੇ ਆਵਾਂਗੇ, ਤੁਹਾਡੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਆਪਣੇ ਦਰਸ਼ਕਾਂ ਦੇ ਨਾਲ। ਸੋ ਵੇਖਦੇ ਰਹੋ ਏਵਨ ਪੰਜਾਬੀ, ਮੈਂ ਮੁੜ ਸਿੱਖੀ ਵੱਲ। ਤੇ ਮੈਨੂੰ ਦਿਓ ਇਜਾਜ਼ਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।